Hello, good morning, students. Today we will do the second chapter of your history book, which is from Trade to Territory. This chapter will tell us about the East India Company's establishment. ਸੋ ਲੈਟ ਅਸ ਸਟਾਰਟ। ਆਪਾਂ ਨੂੰ ਮਤਲਬ ਤੁਹਾਨੂੰ ਮੈਂ ਬੇਸਿਕ ਦੱਸ ਦਿੰਦਾ ਪੰਜਾਬੀ ਦੇ ਵਿੱਚ ਕਿ ਜਦੋਂ ਈਸਟ ਇੰਡੀਆ ਕੰਪਨੀ ਆਈ ਸੀ, ਠੀਕ ਹੈ, ਉਹ ਸਿਰਫ ਸ਼ੁਰੂਆਤ ਦੇ ਵਿੱਚ ਕੀ ਸੀਗਾ, ਈਸਟ ਇੰਡੀਆ ਕੰਪਨੀ 100 ਬੰਦੇ ਸੀ, ਠੀਕ ਹੈ, 100% ਸੀਗੇ। ਅਤੇ ਉਹਨਾਂ ਨੇ ਇੰਗਲੈਂਡ ਦੇ ਵਿੱਚੋਂ ਜਿਹੜਾ ਉਸ ਟਾਈਮ ਰੂਲਿੰਗ ਸੀ, ਮਤਲਬ ਕਿ ਕੁਈਨ ਐਲਿਜ਼ਾਬੈਥ ਦੇ ਕੋਲੋਂ ਪਰਮਿਸ਼ਨ ਲੈ ਲਈ ਕਿ ਸਿਰਫ ਸਾਡੀ ਕੰਪਨੀ, ਸਿਰਫ ਇਕੱਲੇ ਉਹੀ ਕੰਪਨੀ 100 ਬੰਦੇ ਆਉਣਗੇ, ਠੀਕ ਹੈ, ਈਸਟ ਦੇ ਵਿੱਚ ਜੋ ਵੀ ਵਪਾਰ ਹੋਊਗਾ, ਠੀਕ ਹੈ, ਆਪਣਾ ਸਮਾਨ ਖਰੀਦ ਕੇ ਆਪਣੀ ਕੰਟਰੀਜ਼ ਵੱਲ ਜਾ ਕੇ, ਠੀਕ ਹੈ, ਟਰੇਡ ਕਰਨਗੇ, ਉਸਦਾ ਸਸਤੇ ਰੇਟ ਦੇ ਵਿੱਚ ਖਰੀਦ ਕੇ ਮਹਿੰਗੇ ਪ੍ਰਾਈਸ ਦੇ ਵਿੱਚ ਉਹ ਉੱਥੇ ਜਾ ਕੇ ਸੈੱਲ ਕਰਨਗੇ, ਠੀਕ ਹੈ। ਇਹ ਸੀਗਾ ਈਸਟ ਇੰਡੀਆ ਕੰਪਨੀ ਦਾ ਮੇਨ ਪਰਪਸ ਜਦੋਂ ਉਹ ਆਏ ਸੀ ਇੰਡੀਆ ਵਾਲੀ ਸਾਈਡ, ਮਤਲਬ ਈਸਟ ਸਾਈਡ ਕੰਟਰੀਜ਼ ਦੇ ਵਿੱਚ ਉਹ ਆਏ ਸੀ, ਠੀਕ ਹੈ। ਸੋ ਹੁਣ ਆਪਾਂ ਸਟਾਰਟ ਕਰਦੇ ਹਾਂ ਚੈਪਟਰ। ਲੈਟਸ ਬਿਗਿਨ। ਔਰੰਗਜ਼ੇਬ was the last of the powerful Mughal rulers. He established control over a large part of the territory that is known as India. ਔਰੰਗਜ਼ੇਬ ਮੁਗਲਾਂ ਦਾ ਲਾਸਟ ਰਾਜਾ ਸੀ ਜਿਹੜੇ ਨੇ ਮਤਲਬ ਇੰਡੀਆ ਦੇ ਲਾਰਜ ਹਿੱਸੇ ਦੇ ਉੱਤੇ ਕੰਟਰੋਲ ਸੀ ਜਿਸਦਾ, ਠੀਕ ਹੈ। ਉਹਦੀ ਡੈਥ ਤੋਂ ਬਾਅਦ ਆਫਟਰ ਹਿਸ ਡੈਥ ਇਨ 1707 ਮੈਨੀ ਮੁਗਲ ਗਵਰਨਰਸ ਐਂਡ ਬਿਗ ਜ਼ਮੀਨਦਾਰਸ ਬਿਗਨ ਅਸਰਟਿੰਗ ਦੇਅਰ ਅਥੋਰਿਟੀ ਐਂਡ ਐਸਟੈਬਲਿਸ਼ਿੰਗ ਰੀਜਨਲ ਕਿੰਗਡਮਸ। ਉਸ ਦੀ ਮੌਤ ਤੋਂ ਬਾਅਦ ਜਿਹੜੇ ਵੱਡੇ ਮਤਲਬ ਔਰੰਗਜ਼ੇਬ ਤੋਂ ਛੋਟੇ ਜਿਹੜੇ ਗਵਰਨਰ ਸੀ, ਠੀਕ ਹੈ, ਸੂਬੇਦਾਰ ਸੀ ਜਿਹੜੇ, ਅਤੇ ਜਾਂ ਜਿਹੜੇ ਜ਼ਮੀਨਦਾਰ ਸੀ, ਉਹਨਾਂ ਨੇ ਆਪਣੀ ਏਰੀਆ ਦੇ ਉੱਤੇ ਕਬਜ਼ਾ ਕਰਨਾ ਸਟਾਰਟ ਕਰਤਾ, ਠੀਕ ਹੈ, ਆਪਣੀ ਕਿੰਗਡਮ ਮਤਲਬ ਆਪਣਾ ਹਿੱਸਾ ਉਸ ਨੂੰ ਮੰਨਣਾ ਸਟਾਰਟ ਕਰਤਾ। ਐਜ਼ ਪਾਵਰਫੁਲ ਰੀਜਨਲ ਕਿੰਗਡਮਸ ਇਮਰਜਡ ਇਨ ਵੇਰੀਅਸ ਪਾਰਟਸ ਆਫ ਇੰਡੀਆ, ਦਿੱਲੀ ਕੁਡ ਨੋ ਲੋਂਗਰ ਫੰਕਸ਼ਨ ਐਜ਼ ਐਨ ਇਫੈਕਟਿਵ ਸੈਂਟਰ। ਹੁਣ ਇਸ ਤੋਂ ਪਹਿਲਾਂ ਕੀ ਸੀਗਾ, ਦਿੱਲੀ ਸਰਵ ਕਰਦਾ ਸੀਗਾ ਇੱਕ ਪਾਰਟੀਕੂਲਰ ਸੈਂਟਰ ਸੀਗਾ, ਠੀਕ ਹੈ, ਰਾਜਨੀਤੀ ਦਾ, ਜਾਂ ਆਪਾਂ ਕਹਿ ਸਕਦੇ ਹਾਂ ਵੀ ਰਾਜ ਭਾਗ ਦਾ। ਕੋਈ ਵੀ ਰਾਜਾ ਕਿਸੇ ਵੀ ਹੋਰ ਪ੍ਰੋਵਿੰਸ ਦੇ ਵਿੱਚ ਸੀਗਾ, ਠੀਕ ਹੈ, ਉਸ ਨੂੰ ਦਿੱਲੀ ਤੋਂ ਪਰਮਿਸ਼ਨ ਲੈਣੀ ਪੈਂਦੀ ਸੀ, ਜਾਂ ਦਿੱਲੀ ਮਤਲਬ ਦਿੱਲੀ ਨੂੰ ਉਹ ਵੱਡਾ ਮੰਨਦੇ ਸੀ, ਠੀਕ ਹੈ, ਦਿੱਲੀ ਨੂੰ ਐਜ਼ ਅ ਸੈਂਟਰ ਮਤਲਬ ਕੰਸੀਡਰ ਕੀਤਾ ਜਾਂਦਾ ਸੀਗਾ। ਬਟ ਔਰੰਗਜ਼ੇਬ ਦੀ ਮੌਤ ਤੋਂ ਬਾਅਦ ਬਾਕੀ ਰਾਜਾਂ ਦੇ ਵਿੱਚ ਵੀ ਮਤਲਬ ਪਾਵਰਫੁਲ ਰਾਜੇ ਹੋ ਗਏ, ਠੀਕ ਹੈ। ਜਦੋਂ ਥੋੜ੍ਹੀਆਂ ਥਾਵਾਂ ਦੇ ਉੱਤੇ ਲੋਕਾਂ ਨੇ ਆਪਦੇ ਜਿਹੜੇ ਜ਼ਮੀਨਦਾਰ ਸੀ ਜਾਂ ਜਿਹੜੇ ਸੂਬੇਦਾਰ ਸੀ, ਹੋਰ ਮੁਗਲ ਗਵਰਨਰ ਸੀ, ਉਹਨਾਂ ਨੇ ਕਬਜ਼ੇ ਕਰਨੇ ਸਟਾਰਟ ਕਰਤੇ। ਫਿਰ ਉਸ ਤੋਂ ਬਾਅਦ ਦਿੱਲੀ ਮਤਲਬ ਇੱਕ ਖਾਸ ਸੈਂਟਰ ਨਹੀਂ ਰਿਹਾ, ਠੀਕ ਹੈ, ਉਸ ਦਾ ਪ੍ਰਭਾਵ ਬਹੁਤ ਜ਼ਿਆਦਾ ਘੱਟ ਗਿਆ। By the second half of the 18th century, however, a new power was emerging on the political horizon, the British. ਪਰ ਕਹਿੰਦੇ ਸੈਕਿੰਡ ਹਾਫ ਆਫ 18th ਸੈਂਚੁਰੀ ਯਾਨੀ ਕਿ 1750 ਤੋਂ ਬਾਅਦ ਦੀ ਗੱਲ ਹੈ, ਠੀਕ ਹੈ, ਜਦੋਂ ਕਿ ਮਤਲਬ ਨਵੇਂ ਪਾਵਰ ਇਮਰਜ ਹੋ ਰਹੇ ਸੀ, ਠੀਕ ਹੈ। ਲੋਕ ਔਰੰਗਜ਼ੇਬ ਦੀ ਮੌਤ ਤੋਂ ਬਾਅਦ ਆਪਣੇ ਰੀਜਨ ਇਸਟੈਬਲਿਸ਼ ਕਰਨ ਜਾ ਰਹੇ ਸੀ। ਉਸ ਤੋਂ ਬਾਅਦ ਇੱਕ ਹੋਰ ਪਾਵਰ ਇਮਰਜ ਹੋ ਰਹੀ ਸੀ, ਠੀਕ ਹੈ, ਜਿਸ ਦਾ ਨਾਮ ਸੀਗਾ ਬ੍ਰਿਟਿਸ਼, ਯਾਨੀ ਕਿ ਈਸਟ ਇੰਡੀਆ ਕੰਪਨੀ। ਡਿਡ ਯੂ ਨੋ ਦਾ ਬ੍ਰਿਟਿਸ਼ ਓਰੀਜਨਲੀ ਕੇਮ ਐਜ਼ ਅ ਸਮਾਲ ਟ੍ਰੇਡਿੰਗ ਕੰਪਨੀ ਐਂਡ ਵਰ ਰਿਲੈਕਟੈਂਟ ਟੂ ਐਕਵਾਇਰ ਟੈਰੀਟਰੀਜ਼। ਸ਼ੁਰੂਆਤ ਦੇ ਵਿੱਚ ਸਿਰਫ ਇੱਕ ਵਪਾਰ ਕਰਨ ਵਾਲੀ ਕੰਪਨੀ ਦੇ ਤੌਰ 'ਤੇ ਆਏ ਸੀ ਬ੍ਰਿਟਿਸ਼, ਅਤੇ ਉਸ ਤੋਂ ਬਾਅਦ ਉਹਨਾਂ ਨੇ ਆਪਣੀਆਂ ਮਤਲਬ ਟੈਰੀਟਰੀਜ਼ ਦੇ ਉੱਤੇ ਕਬਜ਼ਾ ਕਰਨਾ ਸਟਾਰਟ ਕਰਤਾ। ਕੀ ਤੁਸੀਂ ਇਹ ਜਾਣਦੇ ਹੋ? ਹਾਊ ਦੈਨ ਡਿਡ ਦੇ ਕਮ ਟੂ ਬੀ ਮਾਸਟਰਸ ਆਫ ਵਾਸਟ ਅੰਪਾਇਰ। ਪਰ ਕਹਿੰਦੇ ਉਹ ਹੌਲੀ ਹੌਲੀ ਇੱਕ ਵੱਡੇ ਰਾਜ ਭਾਗ ਦਾ ਮਾਲਕ ਕਿਵੇਂ ਬਣ ਗਏ, ਠੀਕ ਹੈ, ਆਪਾਂ ਇਸ ਚੈਪਟਰ ਦੇ ਵਿੱਚ ਡਿਸਕਸ ਕਰਾਂਗੇ। East India Company comes east. In 1600, the East India Company acquired a charter from the ruler of England, Queen Elizabeth I, granting it the sole right to trade with the East. ਮਤਲਬ ਕਿ 1600 ਈਅਰ ਸੀ ਜਿਹੜਾ 1600 ਸਨ, ਠੀਕ ਹੈ, ਉਸ ਦੇ ਵਿੱਚ ਕੀ ਕੀਤਾ ਈਸਟ ਇੰਡੀਆ ਕੰਪਨੀ ਨੇ, ਇੱਕ ਮਤਲਬ ਕਿ ਉਸ ਤੋਂ ਚਾਰਟਰ ਰਿਕਵਾਇਰ ਕਰ ਲਿਆ, ਠੀਕ ਹੈ, ਯਾਨੀ ਕਿ ਇੱਕ ਲਿਖਤੀ ਪ੍ਰੂਫ ਲੈ ਲਿਆ ਕੁਈਨ ਐਲਿਜ਼ਾਬੈਥ ਦੇ ਕੋਲੋਂ ਕਿ ਉਹ ਇਕੱਲੇ ਹੀ ਮਤਲਬ ਈਸਟ ਇੰਡੀਆ ਕੰਪਨੀ ਹੀ ਈਸਟ ਦੇ ਵਿੱਚ ਵਪਾਰ ਕਰੂਗੀ, ਠੀਕ ਹੈ। ਦਿਸ ਮੀਨਸ ਦੈਟ ਨੋ ਅਦਰ ਟ੍ਰੇਡਿੰਗ ਗਰੁੱਪ ਇਨ ਇੰਗਲੈਂਡ ਕੁਡ ਕੰਪੀਟ ਵਿਦ ਦ ਈਸਟ ਇੰਡੀਆ ਕੰਪਨੀ। ਇਹਦਾ ਮਤਲਬ ਇਹ ਸੀਗਾ ਕਿ ਕੋਈ ਹੋਰ ਵਪਾਰਕ ਕੰਪਨੀ, ਠੀਕ ਹੈ, ਇੰਗਲੈਂਡ ਦੇ ਵਿੱਚੋਂ ਜਾ ਕੇ ਈਸਟ ਦੇ ਵਿੱਚ ਕੋਈ ਵੀ ਖਰੀਦ ਨਹੀਂ ਕਰ ਸਕਦੀ, ਕੋਈ ਵੀ ਵੇਚ ਨਹੀਂ ਸਕਦੀ ਕੋਈ ਵੀ, ਠੀਕ ਹੈ। ਸੋ ਇਹਦਾ ਮਤਲਬ ਇਹ ਸੀ ਕਿ ਉਹਨਾਂ ਇਕੱਲਿਆਂ ਕੋਲ ਅਧਿਕਾਰ ਸੀ, ਠੀਕ ਹੈ, ਖਰੀਦ ਕਰਨ ਦਾ ਅਤੇ ਵੇਚ ਕਰਨ ਦਾ। With this charter, the company could venture across the oceans looking for new lands from which it could buy goods at cheap price and carry them back to Europe to sell at higher prices. ਮਤਲਬ ਕਿ ਇਹਦੇ ਨਾਲ ਕੀ ਸੀਗਾ, ਕੰਪਨੀ ਕੋਲ ਅਧਿਕਾਰ ਸੀਗਾ ਬਾਏ ਸੀ ਰੂਟ ਜਾਓ ਜਾਂ ਬਾਏ ਲੈਂਡ ਜਾਓ, ਠੀਕ ਹੈ, ਈਸਟ ਦੇ ਵਿੱਚੋਂ ਕੋਈ ਵੀ ਸਮਾਨ ਸਸਤੇ ਰੇਟ 'ਤੇ ਸਸਤੇ ਪ੍ਰਾਈਸ 'ਤੇ ਖਰੀਦ ਕੇ ਯੂਰਪ ਵਾਪਸ ਲਿਆ ਕੇ ਹਾਇਰ ਪ੍ਰਾਈਸ ਦੇ ਉੱਤੇ ਉਸ ਨੂੰ ਸੈੱਲ ਕਰਦੇ ਸੀ। ਦ ਕੰਪਨੀ ਡਿਡ ਨਾਟ ਹੈਵ ਟੂ ਫੇਅਰ ਕੰਪੀਟੀਸ਼ਨ ਫਰੋਮ ਅਦਰ ਇੰਗਲਿਸ਼ ਟ੍ਰੇਡਿੰਗ ਕੰਪਨੀਜ਼। ਉਹਨਾਂ ਨੂੰ ਮਤਲਬ ਆਪਣੇ ਕੰਪੀਟੀਸ਼ਨ ਦਾ ਕੋਈ ਫਿਕਰ ਨਹੀਂ ਸੀ, ਠੀਕ ਹੈ, ਮਤਲਬ ਕਿ ਕੋਈ ਹੋਰ ਉਹਨਾਂ ਦੇ ਕੰਪੀਟੀਸ਼ਨ ਦੇ ਵਿੱਚ ਹੈ ਹੀ ਨਹੀਂ ਸੀ, ਕਿਉਂਕਿ ਸਿਰਫ ਉਹਨਾਂ ਕੋਲ ਅਧਿਕਾਰ ਸੀ ਉੱਧਰ ਜਾ ਕੇ ਖਰੀਦ ਕਰਨ ਦਾ ਅਤੇ ਇੱਧਰ ਲਿਆ ਕੇ ਵੇਚਣ ਦਾ, ਠੀਕ ਹੈ। The company back to Europe, the company did not have to fear competition from other English trading companies.
ਉਹਨਾਂ ਨੂੰ ਕੋਈ ਡਰ ਨਹੀਂ ਸੀ ਹੈ ਨਾ ਕੰਪੀਟੀਸ਼ਨ ਦਾ। ਮਰਸੈਂਟਾਈਲ ਟ੍ਰੇਡਿੰਗ ਕੰਪਨੀਜ਼ ਇਨ ਦੋਜ਼ ਡੇਜ਼ ਮੇਡ ਪ੍ਰੋਫਿਟ ਪ੍ਰਾਇਮਰੀਲੀ ਬਾਈ ਐਕਸਕਲੂਡਿੰਗ ਕੰਪੀਟੀਸ਼ਨ ਸੋ ਦੈਟ ਦੇ ਕੁਡ ਬਾਏ ਚੀਪ ਐਂਡ ਸੈਲ ਡੀਅਰ। ਮਰਸੈਂਟਾਈਲ ਹੁੰਦੇ ਨੇ ਬੱਚੇ ਜਿਹੜੇ ਇੱਕ ਜਗ੍ਹਾ ਤੋਂ ਖਰੀਦ ਕੇ ਮਤਲਬ ਚੀਪ ਪ੍ਰਾਈਸ ਦੇ ਉੱਤੇ ਦੂਜੀ ਜਗ੍ਹਾ ਜਾ ਕੇ ਹਾਇਰ ਪ੍ਰਾਈਸ ਦੇ ਉੱਤੇ ਸੈੱਲ ਕਰਦੇ ਨੇ। ਹੁਣ ਉਹ ਕੀ ਕਰਦੇ ਸੀ, ਇੱਦਾਂ ਹੀ ਮਤਲਬ ਕਿ ਕਿਸੇ ਜਗ੍ਹਾ ਤੋਂ ਚੀਪ ਖਰੀਦ ਕੇ ਦੂਜੀ ਜਗ੍ਹਾ 'ਤੇ ਮਹਿੰਗੇ ਮੁੱਲ 'ਤੇ ਵੇਚਦੇ ਸੀ ਉਹ ਪ੍ਰਾਈਸ 'ਤੇ। ਦ ਰਾਇਲ ਚਾਰਟਰ ਹਾਊਐਵਰ ਕੁਡ ਨਾਟ ਪ੍ਰੀਵੈਂਟ ਅਦਰ ਯੂਰੋਪੀਅਨ ਪਾਵਰਸ ਫਰੋਮ ਐਂਟਰਿੰਗ ਦ ਈਸਟਰਨ ਮਾਰਕੀਟਸ ਬਾਏ ਦਾ ਟਾਈਮ। ਮਤਲਬ ਕਿ ਜਿਹੜਾ ਰਾਇਲ ਚਾਰਟਰ ਮਤਲਬ ਜਿਹੜਾ ਉਹਨਾਂ ਨੂੰ ਅਧਿਕਾਰ ਮਿਲਿਆ ਸੀ, ਠੀਕ ਹੈ, ਉਹ ਪ੍ਰੀਵੈਂਟ ਨਹੀਂ ਕਰਦਾ ਸੀ ਹੋਰ ਯੂਰੋਪੀਅਨ ਪਾਵਰਸ ਨੂੰ ਐਂਟਰ ਕਰਨ ਵਾਸਤੇ ਈਸਟਰਨ ਮਾਰਕੀਟਸ। ਮਤਲਬ ਉਹ ਸਿਰਫ ਖਰੀਦ ਕੇ ਵੇਚ ਸਕਦੇ ਸੀ ਉੱਧਰੋਂ, ਮਤਲਬ ਐਂਟਰ ਤਾਂ ਯੂਰੋਪੀਅਨ ਪਾਵਰਸ ਹੋਰ ਵੀ ਕਰ ਸਕਦੀਆਂ ਸੀ, ਠੀਕ ਹੈ, ਮਤਲਬ ਖਰੀਦ ਫਰੋਖਤ ਨਹੀਂ ਕਰ ਸਕਦੀਆਂ ਸੀ ਬਟ ਐਂਟਰ ਕਰ ਸਕਦੇ ਸੀ ਈਸਟਰਨ ਮਾਰਕੀਟਸ, ਠੀਕ ਹੈ, ਆਪਣੇ ਸਰਵਾਈਵਲ ਦੇ ਲਈ। ਬਾਏ ਦਾ ਟਾਈਮ ਦਾ ਫਸਟ ਇੰਗਲਿਸ਼ ਸ਼ਿਪਸ ਸੇਲਡ ਡਾਊਨ ਦਾ ਵੈਸਟ ਕੋਸਟ ਆਫ ਅਫਰੀਕਾ ਰਾਊਂਡ ਦਾ ਕੇਪ ਆਫ ਗੁੱਡ ਹੋਪ ਐਂਡ ਕਰੋਸਡ ਦਾ ਇੰਡੀਅਨ ਓਸ਼ਨ। ਜਦੋਂ ਕਹਿੰਦੇ ਦ ਪੋਰਚੁਗੀਜ਼ ਹੈਡ ਆਲਰੇਡੀ ਐਸਟੈਬਲਿਸ਼ਡ ਦੇਅਰ ਪ੍ਰੈਜ਼ੈਂਸ ਇਨ ਦਾ ਵੈਸਟਰਨ ਕੋਸਟ ਆਫ ਇੰਡੀਆ ਐਂਡ ਹੈਡ ਦੇਅਰ ਬੇਸ ਇਨ ਗੋਆ। ਜਦੋਂ ਕਹਿੰਦੇ ਫਸਟ ਇੰਗਲੈਂਡ ਦੀ ਸ਼ਿਪ, ਜਿਹੜੀ ਇੰਗਲੈਂਡ ਦੇ ਵਿੱਚੋਂ ਪਹਿਲੀ ਸ਼ਿਪ ਇੰਡੀਆ ਵੱਲ ਗਈ, ਠੀਕ ਹੈ, ਇੰਡੀਅਨ ਓਸ਼ਨ ਨੂੰ ਜਦੋਂ ਉਸਨੇ ਕ੍ਰੋਸ ਕੀਤਾ, ਇੰਡੀਆ ਐਂਟਰ ਹੋਈ, ਉਸ ਤੋਂ ਪਹਿਲਾਂ ਹੀ ਪੁਰਤਗਾਲ ਯਾਨੀ ਕਿ ਪੋਰਚੁਗੀਜ਼ ਜਿਹੜੇ ਲੋਕ ਸੀ ਪੁਰਤਗਾਲ ਤੋਂ ਆਏ ਹੋਏ, ਉਹਨਾਂ ਨੇ ਆਪਣਾ ਵੈਸਟਰਨ ਕੋਸਟ ਇੰਡੀਆ ਦਾ ਜਿਹੜਾ ਵੈਸਟਰਨ ਕੋਸਟ ਹੈ ਯਾਨੀ ਕਿ ਗੋਆ ਦੇ ਕੋਲ ਆਪਣਾ ਇੱਕ ਜਿਹੜੀ ਪ੍ਰੈਜ਼ੈਂਸ ਹੈ ਉਹ ਅਜਮਾ ਲਿਆ ਸੀ, ਠੀਕ ਹੈ, ਆਪਣਾ ਟਿਕਾਣਾ ਬਣਾ ਲਿਆ ਸੀ ਗੋਆ ਨੂੰ। In fact, it was Vasco da Gama, a Portuguese explorer, who had discovered this sea route to India in 1498। ਕਹਿੰਦੇ ਪੋਰਚੁਗੀਜ਼ ਪੀਪਲ ਵਾਸਤੇ ਸਭ ਤੋਂ ਪਹਿਲਾਂ ਰਾਹ ਕਿਹਨੇ ਬਣਾਇਆ ਸੀਗਾ, ਸੀ ਰੂਟ ਕਿਸ ਨੇ ਐਕਸਪਲੋਰ ਕੀਤਾ ਸੀਗਾ, ਵਾਸਕੋ ਡੀ ਗਾਮਾ ਨੇ ਇਨ 1498, ਠੀਕ ਹੈ। ਬਾਈ ਦਾ ਅਰਲੀ 17th ਸੈਂਚੁਰੀ ਦਾ ਡੱਚ ਟੂ ਵਾਸ ਐਕਸਪਲੋਰਿੰਗ ਦਾ ਪੋਸੀਬਿਲਿਟੀਜ਼ ਆਫ ਟ੍ਰੇਡ ਇਨ ਇੰਡੀਅਨ ਓਸ਼ਨ। ਕਹਿੰਦੇ ਅਰਲੀ 17th ਯਾਨੀ ਕਿ 1600 ਸਨ ਤੋਂ ਲੈ ਕੇ ਉਸ ਤੋਂ ਬਾਅਦ ਦੀ ਗੱਲ ਹੈ ਨਾ। ਅਤੇ ਡੱਚ ਮਤਲਬ ਡੱਚ ਪਰਸਨ ਪੀਪਲ ਹੁੰਦੇ ਨੇ ਜਿਹੜੇ ਹੈ ਨਾ, ਉਹ ਵੀ ਐਕਸਪਲੋਰ ਕਰ ਰਹੇ ਸੀ ਕਿ ਅਸੀਂ ਕਿਸੇ ਲੋਟ ਇੰਡੀਅਨ ਓਸ਼ਨ ਕ੍ਰੋਸ ਕਰਕੇ ਇੰਡੀਆ ਤੱਕ ਟਰੇਡ ਕਰਨ ਦਾ ਮਤਲਬ ਰਸਤਾ ਲੱਭਿਆ ਜਾਵੇ। ਸੂਨ ਦਾ ਫਰੈਂਚ ਟਰੇਡਰਸ ਅਰਾਈਵਡ ਔਨ ਦਾ ਸੀਨ। ਮਤਲਬ ਜਲਦੀ ਹੀ ਫਰੈਂਚ ਪੀਪਲ ਵੀ ਇਹਦੇ ਵਿੱਚ ਐਂਟਰ ਕਰ ਗਏ, ਠੀਕ ਹੈ, ਮਾਰਕੀਟ ਦੇ ਵਿੱਚ। ਦਾ ਪ੍ਰੋਬਲਮ ਵਾਜ਼ ਦੈਟ ਆਲ ਦਾ ਕੰਪਨੀਜ਼ ਵਰ ਇੰਟਰਸਟਿਡ ਇਨ ਬਾਇੰਗ ਦਾ ਸੇਮ ਥਿੰਗਸ। ਪ੍ਰੋਬਲਮ ਕੀ ਸੀ, ਕਹਿੰਦੇ ਸਾਰੇ ਲੋਕ ਡੱਚ ਪੀਪਲ ਵੀ ਫਰੈਂਚ ਪੀਪਲ ਵੀ ਹੈ ਨਾ, ਇੰਗਲੈਂਡ ਵਾਲੇ ਵੀ ਪੋਰਚੁਗੀਜ਼ ਵੀ ਸਾਰੇ ਇੱਕੋ ਹੀ ਚੀਜ਼ ਖਰੀਦ ਕੇ ਉੱਥੋਂ ਖੁਸ਼ ਸੀ। ਦ ਫਾਈਨ ਕੁਆਲਿਟੀਜ਼ ਆਫ ਕਾਟਨ ਐਂਡ ਸਿਲਕ ਪ੍ਰੋਡਿਊਸਡ ਇਨ ਇੰਡੀਆ ਹੈਡ ਅ ਬਿਗ ਮਾਰਕੀਟ ਇਨ ਯੂਰਪ। ਜਿਹੜਾ ਬਹੁਤ ਵਧੀਆ ਕੁਆਲਿਟੀ ਦਾ ਕਾਟਨ ਅਤੇ ਸਿਲਕ ਜਿਹੜਾ ਪ੍ਰੋਡਿਊਸ ਕੀਤਾ ਜਾਂਦਾ ਸੀ ਇੰਡੀਆ, ਉਸ ਦੀ ਬਹੁਤ ਜ਼ਿਆਦਾ ਮੰਗ ਸੀ ਯੂਰਪ ਦੇ ਵਿੱਚ। ਪੀਪਰ ਕਲਬਸ ਕਾਰਡਮਮ ਐਂਡ ਸਿਨਾਮਨ ਟੂ ਵਰ ਇਨ ਗ੍ਰੇਟ ਡਿਮਾਂਡ। ਪੀਪਰ ਹੁੰਦਾ ਬੱਚੇ ਆਪਣੀ ਕਾਲੀ ਮਿਰਚ, ਠੀਕ ਹੈ, ਕਲੋਵਜ਼ ਇਲਾਇਚੀਆਂ, ਲੌਂਗ, ਠੀਕ ਹੈ, ਸਿਨਾਮਨ ਵੀ ਹੋ ਗਿਆ ਸਾਰਾ ਕੁਛ, ਠੀਕ ਹੈ, ਧਨੀਆ ਜੋ ਵੀ ਹੁੰਦਾ ਹੈ ਨਾ, ਸੌਰੀ ਸਿਨਾਮਨ ਮਤਲਬ ਦਾਲਚੀਨੀ ਹੈ ਨਾ, ਜੋ ਵੀ ਆਪਣਾ ਦਾਲਾਂ ਹੁੰਦੀਆਂ ਨੇ ਸਾਰੀਆਂ ਇਹ ਚੀਜ਼ਾਂ ਮਤਲਬ ਉਹ ਖਰੀਦ ਕੇ ਉਹਨਾਂ ਦੀ ਡਿਮਾਂਡ ਜ਼ਿਆਦਾ ਸੀਗੀ ਯੂਰਪ ਵਾਲੀ ਸਾਈਡ, ਠੀਕ ਹੈ। ਕੰਪੀਟੀਸ਼ਨ ਅਮੰਗਸਟ ਦਾ ਯੂਰੋਪੀਅਨ ਕੰਪਨੀਜ਼ ਇਨਐਵਿਟੇਬਲੀ ਪੁਸ਼ਡ ਅਪ ਦਾ ਪ੍ਰਾਈਸਿਸ ਐਟ ਵਿਚ ਥੀਸ ਗੁੱਡਸ ਕੁਡ ਬੀ ਪਰਚੇਜ਼ਡ। ਮਤਲਬ ਕਿ ਕੰਪੀਟੀਸ਼ਨ ਇੰਨਾ ਜ਼ਿਆਦਾ ਸੀਗਾ, ਠੀਕ ਹੈ, ਅਤੇ ਮਤਲਬ ਕਿ ਉਹਨਾਂ ਚੀਜ਼ਾਂ ਦੇ ਰੇਟ ਉਹ ਆਪਣੀ ਮਰਜ਼ੀ ਅਨੁਸਾਰ ਰੱਖਦੇ ਸੀ। ਐਂਡ ਦਿਸ ਰਿਡਿਊਸਡ ਦਾ ਪ੍ਰੋਫਿਟਸ ਦੈਟ ਕੁਡ ਬੀ ਅਰਨਡ। ਮਤਲਬ ਕਿ ਜੇ ਹੈ ਨਾ ਜਿੰਨਾ ਜ਼ਿਆਦਾ ਕੰਪੀਟੀਸ਼ਨ ਹੋਊਗਾ ਉਨਾ ਜ਼ਿਆਦਾ ਮਾਰਜਿਨ ਘਟੂਗਾ, ਮਤਲਬ ਕਿ ਖਰੀਦਣ ਵਾਲੇ ਅਤੇ ਵੇਚਣ ਵਾਲੇ ਦੇ ਵਿੱਚ, ਮਤਲਬ ਕਿ ਪ੍ਰੋਫਿਟ ਬਹੁਤ ਜ਼ਿਆਦਾ ਘੱਟ ਹੋਊਗਾ। ਫੋਰ ਐਗਜ਼ਾਮਪਲ ਇੱਕ ਚੀਜ਼ 5 ਜਣੇ ਖਰੀਦ ਰਹੇ ਨੇ, ਠੀਕ ਹੈ, 5 ਜਣੇ ਖਰੀਦ ਕੇ ਉਸ ਤੋਂ ਬਾਅਦ ਕਿਤੇ ਵੇਚ ਰਹੇ ਨੇ। ਹੁਣ ਜੇ ਫੋਰ ਐਗਜ਼ਾਮਪਲ ਇੱਕ ਚੀਜ਼ ਦਾ ਪ੍ਰਾਈਸ ਹੈਗਾ 1 ਰੁਪੀਸ ਜਾਂ 5 ਰੁਪੀਸ ਮੰਨ ਲਓ, ਠੀਕ ਹੈ, 5 ਰੁਪੀਸ ਤੋਂ ਖਰੀਦ ਕੇ ਉਹ ਉੱਥੇ ਨੈਕਸਟ ਜਗ੍ਹਾ ਜਾ ਕੇ ਇੱਕ ਪਰਸਨ ਵੇਚੂਗਾ 10 ਰੁਪੀਸ ਦੀਆਂ, ਉਸਨੂੰ 10 ਰੁਪੀਸ ਦੀਆਂ, ਅਤੇ ਫਿਰ ਦੂਸਰਾ ਬੋਲੂਗਾ ਕਿ ਹਾਂ ਮੇਰੀ ਚੀਜ਼ ਨਹੀਂ ਵਿਕ ਰਹੀ, ਠੀਕ ਹੈ, ਫਿਰ ਉਸ ਨੂੰ 9 ਰੁਪੀਸ 'ਤੇ ਵੇਚ ਸੈੱਲ ਕਰੂਗਾ, ਠੀਕ ਹੈ। ਅਤੇ ਇਹਦਾ ਮਤਲਬ ਇਹ ਹੈ ਵੀ ਜਿੰਨਾ ਜ਼ਿਆਦਾ ਕੰਪੀਟੀਟਰ ਹੋਣਗੇ, ਠੀਕ ਹੈ, ਓਨਾ ਜ਼ਿਆਦਾ ਪ੍ਰੋਫਿਟ ਘੱਟ ਹੋਊਗਾ, ਠੀਕ ਹੈ। ਦਾ ਓਨਲੀ ਵੇ ਦਾ ਟਰੇਡਿੰਗ ਕੰਪਨੀਜ਼ ਕੁਡ ਫਲਰਿਸ਼ ਵਾਸ ਬਾਈ ਐਲੀਮੀਨੇਟਿੰਗ ਰਾਈਵਲ ਕੰਪੀਟੀਟਰਸ। ਇੱਕੋ ਇੱਕ ਤਰੀਕਾ ਸੀ ਕਹਿੰਦੇ ਪ੍ਰੋਫਿਟ ਜ਼ਿਆਦਾ ਕਮਾਉਣ ਦਾ, ਕਿ ਜਿਹੜੇ ਆਪਣੇ ਕੰਪੀਟੀਟਰ ਸੀ ਉਹਨਾਂ ਨੂੰ ਮਾਰਕੀਟ ਵਿੱਚੋਂ ਬਾਹਰ ਕੱਢਣ ਦਾ, ਮਤਲਬ ਕਿ ਉਹਨਾਂ ਨੂੰ ਸਿਰਫ ਐਲੀਮੀਨੇਟ ਕਰ ਦਿਓ ਆਪਣੀ ਮਾਰਕੀਟ ਦੇ ਵਿੱਚ, ਉਹਨਾਂ ਨੂੰ ਐਂਟਰੀ ਨਾ ਹੋਣ ਦਿਓ, ਠੀਕ ਹੈ। ਦਾ ਅਰਜ ਟੂ ਸਿਕਿਓਰ ਮਾਰਕੀਟਸ ਦੇਅਰਫੋਰ ਲੈਡ ਟੂ ਫੀਅਰਸ ਬੈਟਲਸ ਬਿਟਵੀਨ ਦ ਟਰੇਡਿੰਗ ਕੰਪਨੀਜ਼। ਮਤਲਬ ਇੱਕ ਦੂਜੇ ਨੂੰ ਮਾਰਕੀਟ ਦੇ ਵਿੱਚੋਂ ਐਲੀਮੀਨੇਟ ਕਰਨ ਦਾ ਤਰੀਕੇ ਦੇ ਮਤਲਬ ਅਪਣਾਉਣੇ ਸ਼ੁਰੂ ਕਰਤੇ, ਠੀਕ ਹੈ, ਵੱਖੋ ਵੱਖ ਕੰਪਨੀਆਂ ਨੇ, ਠੀਕ ਹੈ। ਅਤੇ ਉਹ ਕੀ ਕਰਦੇ ਸੀ ਫਿਰ ਉਹਨਾਂ ਦੇ ਵਿਚਾਲੇ ਲੜਾਈ ਸ਼ੁਰੂ ਹੋ ਗਈ, ਬੈਟਲ ਸਟਾਰਟ ਹੋ ਗਈ। ਥਰੂ ਦਾ 17th ਐਂਡ 18th ਸੈਂਚੁਰੀ ਦੇ ਰੈਗੂਲਰਲੀ ਸੈਂਕ ਦੇ ਈਚ ਅਦਰਸ ਸ਼ਿਪਸ, ਬਲੋਕੇਡਡ ਰੂਟਸ ਐਂਡ ਪ੍ਰੀਵੈਂਟਡ ਰਾਈਵਲ ਸ਼ਿਪਸ ਫਰੋਮ ਮੂਵਿੰਗ ਵਿਦ ਸਪਲਾਈਜ਼ ਆਫ
ਗੁੱਡਸ ਮਤਲਬ ਇੱਕ ਦੂਜੇ ਦੇ ਮਤਲਬ ਜਿਹੜੇ ਸਮੁੰਦਰੀ ਜਹਾਜ਼ ਸ਼ਿਪਸ ਜਿਹੜੇ ਹੁੰਦੇ ਨੇ, ਠੀਕ ਹੈ, ਡੁਬੋਣੇ ਸ਼ੁਰੂ ਕਰਤੇ, ਉਹਨਾਂ ਦਾ ਪੈਸੇਜ ਬਲੌਕ ਕਰਨਾ ਸਟਾਰਟ ਕਰਤਾ ਅਤੇ ਉਹਨਾਂ ਦੇ ਜਿਹੜੇ ਮਤਲਬ ਕਿ ਸਪਲਾਈਸ ਨੇ ਉਹਨਾਂ ਨੂੰ ਬੰਦ ਕਰਤਾ, ਠੀਕ ਹੈ। ਕੰਪਨੀਸ ਇੱਕ ਦੂਜੇ ਨਾਲ ਇੱਦਾਂ ਬੈਟਲ ਕਰਨ ਲੱਗ ਗਈਆਂ, ਠੀਕ ਹੈ, ਸਟਾਰਟ ਕਰਤਾ ਉਹਨਾਂ ਨੇ ਇੱਕ ਦੂਜੇ ਨਾਲ ਲੜਾਈ। ਟ੍ਰੇਡ ਵਾਜ਼ ਕੈਰੀਡ ਔਨ ਵਿਦ ਆਰਮਸ ਐਂਡ ਟ੍ਰੇਡਿੰਗ ਪੋਸਟਸ ਵਰ ਪ੍ਰੋਟੈਕਟਿਡ ਥਰੂ ਫੋਰਟੀਫਿਕੇਸ਼ਨ। ਟ੍ਰੇਡ ਮਤਲਬ ਕਿ ਆਰਮਸ ਦਾ ਮਤਲਬ ਹਥਿਆਰਾਂ ਨਾਲ ਟ੍ਰੇਡ ਹੋਣ ਲੱਗ ਗਿਆ, ਠੀਕ ਹੈ। ਅਤੇ ਜਿਹੜੇ ਟ੍ਰੇਡਿੰਗ ਪੋਸਟ ਜਿੱਥੇ ਜਿੱਥੇ ਮਤਲਬ ਕਿ ਟ੍ਰੇਡ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਸਮਾਨ ਮਤਲਬ ਪਹੁੰਚਾਇਆ ਜਾਂਦਾ ਸੀਗਾ, ਉੱਥੇ ਮਤਲਬ ਕਿਲ੍ਹਾਬੰਦੀ ਹੋਣ ਲੱਗ ਗਈ, ਠੀਕ ਹੈ। ਫੋਰਟੀਫਿਕੇਸ਼ਨ ਮਤਲਬ ਉੱਥੇ ਆਪਣੀ ਆਰਮੀ ਖੜੀ ਕਰਨ ਲੱਗ ਗਈਆਂ ਕੰਪਨੀਜ਼। ਦਿਸ ਐਫਰਟ ਟੂ ਫੋਰਟੀਫਾਈ ਸੈਟਲਮੈਂਟਸ ਐਂਡ ਕੈਰੀ ਔਨ ਪ੍ਰੋਫਿਟੇਬਲ ਟ੍ਰੇਡ ਆਲਸੋ ਲੈਡ ਟੂ ਇੰਟੈਂਸ ਕਨਫਲਿਕਟ ਵਿਦ ਲੋਕਲ ਰੂਲਰਸ। ਲੋਕਲ ਰੂਲਰਸ ਮਤਲਬ ਜਿਹੜੀ ਜਗ੍ਹਾ 'ਤੇ ਹੁਣ ਨਾ ਫੋਰਟੀਫਿਕੇਸ਼ਨ ਕਰਦੇ ਸੀ, ਉਹ ਕਿਲ੍ਹਾਬੰਦੀ ਕਰਦੇ ਸੀ, ਆਪਣੀ ਆਰਮੀ ਖੜੀ ਕਰਦੇ ਸੀ, ਉਸ ਜਗ੍ਹਾ ਦਾ ਜਿਹੜਾ ਰੂਲਰ ਸੀ, ਰਾਜਾ ਸੀ ਉਸ ਜਗ੍ਹਾ ਦਾ, ਉਹਦੇ ਨਾਲ ਵੀ ਕਨਫਲਿਕਟ ਹੁੰਦਾ ਸੀ, ਉਹਦੇ ਨਾਲ ਵੀ ਲੜਾਈ ਹੁੰਦੀ ਸੀ, ਠੀਕ ਹੈ। ਦ ਕੰਪਨੀ ਦੇਅਰ ਫੋਰ ਫਾਊਂਡ ਇਟ ਡਿਫੀਕਲਟ ਟੂ ਸੈਪਰੇਟ ਟ੍ਰੇਡ ਫਰੋਮ ਪੋਲੀਟਿਕਸ। ਸੋ ਕੰਪਨੀ ਨੂੰ ਕੀ ਹੋਇਆ, ਉਹਨਾਂ ਵਾਸਤੇ ਮੁਸ਼ਕਿਲ ਹੋ ਗਿਆ ਮਤਲਬ ਜਿਹੜਾ ਆਪਣਾ ਟ੍ਰੇਡ ਸੀ, ਵਪਾਰ ਸੀ, ਉਹਨੂੰ ਪੋਲੀਟਿਕਸ ਦੇ ਨਾਲੋਂ ਸੈਪਰੇਟ ਕਰਨਾ। ਲੈਟ ਅਸ ਸੀ ਹਾਊ ਦਿਸ ਹੈਪਨਡ। ਇਹ ਹੋਇਆ ਕਿੱਦਾਂ ਆਪਾਂ ਦੇਖਦੇ ਹਾਂ, ਠੀਕ ਹੈ। ਈਸਟ ਇੰਡੀਆ ਕੰਪਨੀ ਬਿਗਨ ਟ੍ਰੇਡ ਇਨ ਬੰਗਾਲ। ਇਹ ਆਪਾਂ ਨੈਕਸਟ ਵੀਡੀਓ ਦੇ ਵਿੱਚ ਕਰਾਂਗੇ।